ਲੂੰ ਕੰਢੇ ਖੜੇ ਕਰ ਦੇਣ ਵਾਲੇ ਇਹ ਬਿਰਤਾਂਤ ਹਰੇਕ ਜਿਉਂਦੀ ਜਾਗਦੀ ਅੱਖ ਨੂੰ ਲਹੂ ਦੇ ਹੰਝੂ ਰੋਣ ਲਈ ਮਜਬੂਰ ਕਰ ਦਿੰਦੇ ਨੇ। ਪਰ ਧੰਨ ਸਤਿਗੁਰ ਕਲਗੀਆਂ ਵਾਲੇ ਦਸਮ ਪਿਤਾ ਜੋ ਸਭ ਕੁਝ ਵਾਰ ਕੇ ਵੀ ਮਾਲਕ ਦਾ ਸ਼ੁਕਰ ਕਰ ਰਹੇ ਨੇ। ਜਾਨ ਤੋਂ ਪਿਆਰੇ ਸਿੰਘਾਂ ਦੀ ਸ਼ਹਾਦਤ, ਗੁਰੂ ਸਾਹਿਬ ਦੇ ਦੋ ਵੱਡੇ ਫਰਜ਼ੰਦਾਂ ਦੀ ਸ਼ਹਾਦਤ ਤੇ ਪੰਥ ਖਾਲਸੇ ਦਾ ਹੁਕਮ ਮੰਨਦੇ ਹੋਏ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਗੜੀ ਨੂੰ ਛੱਡ ਕੇ ਨਿਕਲ ਗਏ। ਸ਼ਾਇਦ ਦੁਨੀਆ ਦੇ ਇਤਿਹਾਸ ਦੇ ਵਿੱਚ ਐਸੀ ਵਿਲੱਖਣ ਘਟਨਾ ਕੋਈ ਨਹੀਂ ਹੋਵੇਗੀ ਜਿਸ ਘਟਨਾ ਦੇ ਇੰਨੇ ਕਾਵਿਕ ਰੂਪ ਸਿਰਜੇ ਗਏ ਨੇ, ਐਸੀ ਕਰੁਣਾ ਦੇ ਵਿੱਚ ਪੇਸ਼ ਕੀਤਾ ਗਿਆ ਹੈ ਕਿ ਸ਼ਾਇਦ ਦੁਨੀਆ ਦੀ ਕੋਈ ਅੱਖ ਐਸੀ ਨਹੀਂ ਜਿਹੜੀ ਇਸ ਮਹਾਨ ਦਰਦਮਈ ਸਾਕੇ ਜਾਂ ਕਰੁਣਾਮਈ ਘਟਨਾ ਨੂੰ ਸੁਣ ਕੇ ਸਰਸ਼ਾਰ ਨਾ ਹੋ ਜਾਵੇ ਹੰਝੂਆਂ ਦੇ ਨਾਲ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਥੋਂ ਹੁੰਦੇ ਹੋਏ ਪ੍ਰਾਤਨ ਸਰੋਤਾਂ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਤਾਰਿਆਂ ਦੀ ਦਿਸ਼ਾ ਨੂੰ ਨਜ਼ਰ ਦੇ ਵਿੱਚ ਰੱਖਦੇ ਹੋਏ ਅਸਮਾਨ ਦੇ ਤਾਰਿਆਂ ਦੀ ਦਿਸ਼ਾ ਵੱਲ ਨਿਕਲੇ ਨੇ। ਨਾਲ ਹੀ ਗੜੀ 'ਚੋਂ ਨਿਕਲਦਿਆਂ ਆਪਣੇ ਨਾਲ ਦੇ ਸਿੰਘਾਂ ਨੂੰ ਵੀ ਇਹ ਗੱਲ ਦੱਸ ਦਿੱਤੀ, ਭਾਈ ਦਿਆਲ ਸਿੰਘ ਤੁਸੀਂ ਵੀ ਇਹਨਾਂ ਤਾਰਿਆਂ ਦੀ ਦਿਸ਼ਾ ਨੂੰ ਧਿਆਨ ਦੇ ਵਿੱਚ ਰੱਖ ਕੇ ਇਸ ਦਿਸ਼ਾ ਵੱਲ ਆਉਣਾ ਹੈ। ਉਹਨਾਂ ਸਮਿਆਂ ਦੇ ਵਿੱਚ ਕੋਈ ਨੈਵੀਗੇਸ਼ਨ ਵਰਗਾ ਕੋਈ ਸਿਸਟਮ ਨਹੀਂ ਸੀ ਹੁੰਦਾ, ਸੋ ਤਾਰਿਆਂ ਦੀ ਦਿਸ਼ਾ ਦੇ ਮੁਤਾਬਕ ਹੀ ਰਾਤ ਦਾ ਸਫ਼ਰ ਕੀਤਾ ਜਾਂਦਾ ਸੀ। ਸੋ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਜੰਗਲ ਦੇ ਵਿੱਚ ਪਹੁੰਚੇ ਨੇ ਜਿਸ ਨੂੰ ਮਾਛੀਵਾੜਾ ਕਿਹਾ ਜਾਂਦਾ ਹੈ। ਲੱਭਦੇ ਲਮਾਉਂਦੇ ਭਾਈ ਦਿਆਲ ਸਿੰਘ ਵੀ ਉੱਥੇ ਪਹੁੰਚ ਗਏ ਨੇ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਪੁਰ ਸਾਹਿਬ ਦੇ ਬਾਦਸ਼ਾਹ ਅੱਜ ਦਰਵੇਸ਼ ਦੀ ਹਾਲਾਤ ਦੇ ਵਿੱਚ ਨੇ, ਬਸਤਰ ਫਟੇ ਹੋਏ ਨੇ, ਜਾਮਾ ਲੀਰੋ ਲੀਰ ਹੈ, ਪੈਰਾਂ ਦੇ ਵਿੱਚ ਜੋੜਾ ਨਹੀਂ। ਔਰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਥੇ ਵੀ ਅਕਾਲ ਪੁਰਖ ਦਾ ਸ਼ੁਕਰ ਮਨਾ ਰਹੇ ਨੇ। ਭਾਈ ਦਿਆਲ ਸਿੰਘ ਹੁਣੀ ਆਏ, ਆਪਸ ਦੇ ਵਿੱਚ ਵਾਰਤਾਲਾਪ ਹੋਈ। ਉਸ ਵਾਰਤਾਲਾਪ ਤੋਂ ਬਾਅਦ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਸ ਵੇਲੇ ਨਬੀ ਖਾਨ ਤੇ ਗਨੀ ਖਾਨ ਹੋਣਾ ਦੇ ਘਰ ਗਏ। ਇਤਿਹਾਸ ਦੇ ਵਿੱਚ ਇਸ ਗੱਲ ਨੂੰ ਸਾਂਝਾ ਕਰਨਾ ਬਹੁਤ ਜ਼ਰੂਰੀ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸ਼ਰਧਾਲੂ ਕੋਟਲਾ ਨਿਹੰਗ ਖਾਨ ਦੇ ਵਸਨੀਕ ਨਿਹੰਗ ਖਾਨ ਦੀ ਭੈਣ ਬੀਬੀ ਉਮਰੀ ਦੇ ਬੇਟੇ ਸੀ ਨਬੀ ਖਾਨ ਤੇ ਗਨੀ ਖਾਨ, ਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸ਼ਰਧਾਲੂ ਜਿੱਥੇ ਪਰਿਵਾਰ ਸੀ ਉੱਥੇ ਨਬੀ ਖਾਨ ਤੇ ਗਨੀ ਖਾਨ ਘੋੜਿਆਂ ਦੇ ਵਪਾਰ ਦਾ ਕੰਮ ਵੀ ਕਰਦੇ ਸੀ, ਜਿਹੜੇ ਕਿ ਉਹਨਾਂ ਸਮਿਆਂ ਦੇ ਵਿੱਚ ਕਾਬਲ ਦੇ ਇਲਾਕੇ 'ਚੋਂ ਘੋੜੇ ਲਿਆ ਕੇ ਵੇਚਿਆ ਕਰਦੇ ਸੀ। ਔਰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਔਰ ਉਹਨਾਂ ਦੇ ਦਰਬਾਰੀ ਸਿੰਘ ਇਹਨਾਂ ਦੇ ਕੋਲੋਂ ਅਕਸਰ ਘੋੜੇ ਖਰੀਦਿਆ ਕਰਦੇ ਸੀ। ਸੋ ਇਸ ਕਰਕੇ ਇਸ ਪਰਿਵਾਰ ਦੇ ਸੰਬੰਧ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਬਹੁਤ ਚੰਗੇ ਸਨ। ਸੋ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਥੇ ਪਹੁੰਚੇ ਨੇ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਬੇਸ਼ੱਕ ਦਿਨ ਚੜ੍ਹਦੇ ਤੱਕ ਚਮਕੌਰ ਦੀ ਗੜੀ ਦੇ ਅੰਦਰਲੇ ਸਿੰਘ ਸਾਰੇ ਸ਼ਹੀਦ ਹੋ ਚੁੱਕੇ ਸਨ, ਪਰ ਇੱਕ ਦਿਨ ਇਹ ਅਫਵਾਹ ਫੈਲੀ ਰਹੀ ਕਿ ਭਾਈ ਸੰਗਤ ਸਿੰਘ ਦੇ ਜਿਗਾ ਔਰ ਕਲਗੀ ਸਜਾਈ ਹੋਣ ਕਰਕੇ ਸ਼ਾਇਦ ਗੁਰੂ ਗੋਬਿੰਦ ਸਿੰਘ ਨੂੰ ਅਸੀਂ ਸ਼ਹੀਦ ਕਰ ਲਿਆ ਔਰ ਉਹਦਾ ਸਿਰ ਵੱਢ ਕੇ ਸਰਹੰਦ ਭੇਜ ਦਿੱਤਾ ਗਿਆ। ਇਹੀ ਕਾਰਨ ਸੀ ਕਿ ਉਹਨਾਂ ਦਿਨਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਛੋਟੇ ਫਰਜ਼ੰਦ ਔਰ ਮਾਤਾ ਜੀ ਠੰਡੇ ਬੁਰਜ ਦੇ ਵਿੱਚ ਕੈਦ ਸਨ, ਤੇ ਜਿਸ ਵੇਲੇ ਉਹਨਾਂ ਨੂੰ ਸਰਹੰਦ ਦੀ ਕਚਹਿਰੀ ਦੇ ਵਿੱਚ ਪੇਸ਼ ਕੀਤਾ ਗਿਆ ਸੀ ਉਸ ਵੇਲੇ ਵੀ ਵਜ਼ੀਰ ਖਾਨ ਨੇ ਕਿਹਾ ਸੀ ਕਿ ਤੁਹਾਡਾ ਭਰਾ ਵੀ ਮਾਰਿਆ ਗਿਆ ਤੇ ਤੁਹਾਡਾ ਪਿਓ ਵੀ ਮਾਰਿਆ ਗਿਆ। ਉਸ ਦਿਨ ਤੱਕ ਅਜੇ ਸੂਬਾ ਵਜ਼ੀਰ ਖਾਨ ਸਮਝ ਰਿਹਾ ਸੀ ਕਿ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਖਤਮ ਕਰ ਦਿੱਤਾ ਹੈ। ਸੋ ਉੱਧਰਲੇ ਪਾਸੇ ਤਾਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਛੋਟੇ ਫਰਜ਼ੰਦ ਔਰ ਮਾਤਾ ਜੀ ਨੂੰ ਇਸ ਤਰ੍ਹਾਂ ਦੇ ਤਸੀਹੇ ਦਿੱਤੇ ਜਾ ਰਹੇ ਸੀ। ਇੱਧਰ ਕਲਗੀਧਰ ਪਾਤਸ਼ਾਹ ਪਹੁੰਚੇ ਨੇ ਨਬੀ ਖਾਨ ਤੇ ਗਨੀ ਖਾਨ ਦੇ ਘਰ। ਪਰ ਅਗਲੇ ਦਿਨ ਤੱਕ ਫੌਜਾਂ ਦੇ ਵਿੱਚ ਇਹ ਗੱਲ ਫੈਲ ਗਈ ਕਿ ਗੁਰੂ ਗੋਬਿੰਦ ਸਿੰਘ ਨਿਕਲ ਚੁੱਕੇ ਨੇ। ਜਿਸ ਦਾ ਸਿਰ ਵੱਢ ਕੇ ਭੇਜਿਆ ਗਿਆ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਨਹੀਂ ਬਲਕਿ ਸੰਗਤ ਸਿੰਘ ਨੇ। ਸੋ ਉਸੇ ਵੇਲੇ ਗਸ਼ਤੀ ਟੁਕੜੀਆਂ ਪਿੰਡਾਂ ਦੇ ਵਿੱਚ ਭੇਜ ਦਿੱਤੀਆਂ ਗਈਆਂ ਕਿ ਜਿਸ ਇਲਾਕੇ ਦੇ ਵਿੱਚ ਵੀ ਗੁਰੂ ਗੋਬਿੰਦ ਸਿੰਘ ਫੜਿਆ ਜਾਵੇ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇ ਜਾਂ ਉਹਦਾ ਸਿਰ ਵੱਢ ਕੇ ਸਰਕਾਰੀ ਦਰਬਾਰੇ ਪੇਸ਼ ਕਰਨ ਵਾਲੇ ਨੂੰ ਵੱਧ ਤੋਂ ਵੱਧ ਇਨਾਮ, ਚੰਗੀ ਅਹੁਦੇਦਾਰੀ ਤੇ ਅਹਿਲਕਾਰੀਆਂ ਦਿੱਤੀਆਂ ਜਾਣਗੀਆਂ। ਸੋ ਗਸ਼ਤੀ ਫੌਜਾਂ ਨੇ ਪਿੰਡਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਇਹ ਗੱਲ ਉਸ ਵੇਲੇ ਨਬੀ ਖਾਨ ਗਨੀ ਖਾਨ ਤੱਕ ਵੀ ਪਹੁੰਚੀ ਤੇ ਉਸ ਵੇਲੇ ਉਹਨਾਂ ਨੇ ਕਿਹਾ ਪਾਤਸ਼ਾਹ ਇਹ ਇਲਾਕਾ ਮਹਿਫੂਜ਼ ਨਹੀਂ ਹੈ, ਸਾਨੂੰ ਇਸ ਇਲਾਕੇ 'ਚੋਂ ਨਿਕਲ ਕੇ ਕਿਸੇ ਹੋਰ ਪਾਸੇ ਜਾਣਾ ਪਵੇਗਾ। ਪਰ ਉਸ ਸਮੇਂ ਨਿਕਲਣਾ ਵੀ ਕੋਈ ਆਸਾਨ ਨਹੀਂ ਸੀ। ਨਿਕਲਣ ਦੇ ਵਾਸਤੇ ਇੱਕ ਤਰਕੀਬ ਚੁਣੀ ਗਈ ਕਿ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਇੱਕ ਪੀਰ ਦੇ ਰੂਪ ਦੇ ਵਿੱਚ ਮੰਜੀ ਦੇ ਉੱਪਰ ਬਿਠਾ ਲਿਆ ਜਾਵੇ
ਤੇ ਕੁਝ ਨੂੰ ਉਸ ਸਮੇਂ ਦੇ ਗਿਣੇ ਚੁਣੇ ਜਿਹੜੇ ਮੁਸਲਮਾਨ ਨੇ, ਜਿਨ੍ਹਾਂ ਦਾ ਆਪਣਾ ਇਸਲਾਮੀ ਅਧਿਆਤਮਕਵਾਦ ਦੇ ਵਿੱਚ ਕੋਈ ਦਰਜਾ ਹੈ, ਜਿਨ੍ਹਾਂ ਦੇ ਉੱਪਰ ਕੋਈ ਸਵਾਲ ਨਹੀਂ ਕਰ ਸਕਦਾ, ਉਹ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮੰਜੀ ਦੇ ਨਾਲ ਤੇ ਉਹਨਾਂ ਦੇ ਨਾਲ ਜਿਹੜੇ ਚਮਕੌਰ ਦੀ ਗੜੀ 'ਚੋਂ ਸਿੰਘ ਨਿਕਲੇ ਨੇ, ਉਹ ਉਸੇ ਲਿਬਾਸ ਤੇ ਉਸੇ ਮੁਸਲਮਾਨੀ ਭੇਸ ਦੇ ਵਿੱਚ ਇਸ ਇਲਾਕੇ ਨੂੰ ਛੱਡ ਕੇ ਅੱਗੇ ਚਲੇ ਜਾਣ। ਹੁਣ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਇਸਲਾਮੀ ਪੀਰ ਦੇ ਲਿਬਾਸ ਦੇ ਵਿੱਚ ਨਿਕਲੇ ਨੇ। ਉਹ ਮੰਜੀ ਚੁੱਕੀ ਹੋਈ ਹੈ, ਇੱਕ ਪਾਸੇ ਨਬੀ ਖਾਨ ਨੇ, ਇੱਕ ਪਾਸੇ ਗਨੀ ਖਾਨ ਨੇ, ਇੱਕ ਪਾਸੇ ਹਸਨ ਅਲੀ ਨੇ, ਇੱਕ ਪਾਸੇ ਮਹਿਤਾਬ ਅਲੀ ਨੇ, ਤੇ ਪਿੱਛੇ ਕਲਗੀਧਰ ਪਾਤਸ਼ਾਹ ਦੇ ਉੱਪਰ ਚੌਰ ਕਰ ਰਿਹਾ ਹੈ ਪੀਰ ਮੁਹੰਮਦ ਅਜਨੇਰ ਵਾਲਾ। ਇੱਕ ਗੱਲ ਜ਼ਿਕਰ ਕਰਨੀ ਬਹੁਤ ਜ਼ਰੂਰੀ ਹੈ। ਅਕਸਰ ਜਦੋਂ ਅਸੀਂ ਸਿੱਖ ਇਤਿਹਾਸਕਾਰੀ ਦੀ ਗੱਲ ਕਰਦੇ ਹਾਂ ਤਾਂ ਬੜਾ ਸੁਭਾਵਿਕ ਜਿਹਾ ਸ਼ਬਦ ਵਰਤਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਚ ਦੇ ਪੀਰ ਬਣ ਕੇ ਨਿਕਲੇ। ਖਿਆਲ ਕਰਿਓ, ਜੇ ਕਿਤੇ ਸਾਡੀ ਸ਼ਬਦਾਵਲੀ ਇਸੇ ਤਰ੍ਹਾਂ ਹੀ ਵਿਗੜਦੀ ਰਹੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਇਤਿਹਾਸਕਾਰੀ ਦੇ ਉੱਪਰ ਬਹੁਤ ਵੱਡਾ ਸਵਾਲੀਆ ਨਿਸ਼ਾਨ ਲੱਗੇਗਾ। ਉੱਚ ਦੇ ਪੀਰ ਨਹੀਂ ਹੈ, ਅਸਲੀ ਸ਼ਬਦ ਹੈ ਉੱਚ ਸ਼ਰੀਫ ਦੇ ਪੀਰ। ਉਸ ਦੇ ਪਿੱਛੇ ਸਾਨੂੰ ਇਤਿਹਾਸ ਨੂੰ ਵਾਚਣਾ ਪਵੇਗਾ। ਜਿਸ ਵੇਲੇ ਸਿਕੰਦਰ ਨੇ ਇਸ ਇਲਾਕੇ 'ਚ ਹਿੰਦੁਸਤਾਨ ਵਾਲੇ ਪਾਸੇ ਹਮਲਾ ਕੀਤਾ ਤਾਂ ਅੱਜ ਦੇ ਪਾਕਿਸਤਾਨ ਦੇ ਵਿੱਚ, ਜਿਹੜਾ ਉਸ ਵੇਲੇ ਇਸ ਦੇਸ਼ ਦਾ ਹਿੱਸਾ ਸੀ, ਉੱਥੇ ਸਿਕੰਦਰ ਨੇ ਇੱਕ ਸ਼ਹਿਰ ਵਸਾਇਆ ਸੀ ਜਿਸ ਦਾ ਨਾਮ ਰੱਖਿਆ ਸੀ ਅਲੈਗਜ਼ੈਂਡਰੀਅਨ ਸਿਟੀ ਆਫ ਇੰਡਸ। ਸਮਾਂ ਬੀਤਦਾ ਗਿਆ, ਉੱਥੇ ਇਸਲਾਮ ਦਾ ਇੱਕ ਸਕੂਲ ਆਫ ਥਾਟ ਪੈਦਾ ਹੋਇਆ ਜਿਸ ਨੂੰ ਸੈਯਦ ਜਲਾਲੂਦੀਨ ਨੇ ਉੱਥੇ ਪੈਦਾ ਕੀਤਾ। ਉਸ ਤੋਂ ਬਾਅਦ ਸੈਯਦ ਬਦੀਉਦੀਨ ਹੋਏ ਨੇ। ਉਸ ਤੋਂ ਬਾਅਦ ਉੱਥੇ 1520-21 ਦੇ ਕਰੀਬ ਇੱਕ ਹੋਏ ਨੇ, ਉਹਦਾ ਨਾਮ ਸੀ ਕਾਜ਼ੀ ਰੁਕਨਦੀਨ। ਇਤਿਹਾਸਕਾਰਾਂ ਦਾ ਮਤ ਹੈ ਕਿ ਕਾਜ਼ੀ ਰੁਕਨਦੀਨ ਦੀ ਮੁਲਾਕਾਤ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਨਾਲ ਉਸ ਵੇਲੇ ਹੋਈ ਜਦੋਂ ਗੁਰੂ ਨਾਨਕ ਸਾਹਿਬ ਮੱਕੇ ਮਦੀਨੇ ਗਏ ਸੀ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਨਾਲ ਇੱਕ ਵਾਰਤਾਲਾਪ ਹੋਈ। ਉਸ ਵਾਰਤਾਲਾਪ ਦੇ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਇੱਕ ਸਵਾਲ ਕੀਤਾ ਹੈ, ਰੁਕਨਦੀਨ, ਤੁਹਾਡੀ ਮੁਕੱਦਸ ਕੁਰਾਨ ਸ਼ਰੀਫ ਦੇ ਵਿੱਚ ਤਾਂ ਸੂਰਾ ਬਕਰ ਦੀ ਆਇਤ ਕਹਿੰਦੀ ਹੈ, ਵਾਇ ਤਨਮੁਲ ਹਜ਼ਵਲ ਉਮਰਤਾ ਲਿਲਾਹਿ ਫਾਇਨ ਓਇਸਰ, ਕਿ ਕੇਸਾਂ ਦੀ ਬੇਅਦਬੀ ਨਹੀਂ ਕਰਨੀ, ਤੁਸੀਂ ਕੇਸਾਂ ਦੀ ਬੇਅਦਬੀ ਕਿਉਂ ਕਰਦੇ ਹੋ? ਕਾਜ਼ੀ ਰੁਕਨਦੀਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਇਸ ਵਾਰਤਾਲਾਪ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਸਿੱਖ ਬਣ ਗਿਆ। ਕੁਝ ਇਤਿਹਾਸਕਾਰ ਤਾਂ ਇੱਥੋਂ ਤੱਕ ਵੀ ਕਹਿੰਦੇ ਨੇ, ਇੱਥੋਂ ਤੱਕ ਕਿ ਉਹਨਾਂ ਦੇ ਆਪਣੇ ਪਰਿਵਾਰ ਦੇ ਵਿੱਚ ਸੈਯਦ ਪ੍ਰਿਤਪਾਲ ਸਿੰਘ ਹੋਏ ਨੇ, ਜਿਨ੍ਹਾਂ ਨੇ ਕੁਝ ਕਿਤਾਬਾਂ ਵੀ ਲਿਖੀਆਂ ਨੇ। ਮੈਂ ਹੈਰਾਨ ਰਹਿ ਜਾਂਦਾ ਕਿ ਪਤਾ ਨਹੀਂ ਅਸੀਂ ਸਿੱਖ ਤਵਾਰੀਖ ਦੇ ਕਿੰਨੇ ਐਸੇ ਪੰਨੇ ਨੇ ਜਿਨ੍ਹਾਂ ਨੂੰ ਸਮੇਂ ਦੀ ਧੂੜ ਦੇ ਵਿੱਚ ਦਫਨ ਕਰ ਚੁੱਕੇ ਨੇ। ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਇਹਨਾਂ ਪੰਨਿਆਂ ਨੂੰ ਦੁਬਾਰਾ ਮੁੜ ਸਰਜੀਤ ਕਿਵੇਂ ਕਰਾਂਗੇ। ਇਤਿਹਾਸ ਦੇ ਵਿੱਚ ਤਾਂ ਇਹ ਵੀ ਜ਼ਿਕਰ ਲੱਭਦਾ ਹੈ ਕਿ ਕਾਜ਼ੀ ਰੁਕਨਦੀਨ ਪਹਿਲੇ ਮੁਸਲਮਾਨ ਸੀ ਜਿਹੜੇ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਸਿੱਖ ਬਣੇ, ਤੇ ਉਹਨਾਂ ਨੂੰ ਬਗਦਾਦ ਦੇ ਰਾਜੇ ਦੇ ਵੱਲੋਂ ਇਸ ਦੋਸ਼ ਦੇ ਵਿੱਚ ਸ਼ਹੀਦ ਕਰਾ ਦਿੱਤਾ ਗਿਆ ਕਿ ਉਹਨਾਂ ਨੇ ਇਸਲਾਮ ਨੂੰ ਛੱਡ ਕੇ ਗੁਰੂ ਨਾਨਕ ਦੇ ਵਿਚਾਰਾਂ ਨੂੰ ਧਾਰਨ ਕੀਤਾ ਹੈ। ਪਰ ਅਸੀਂ ਸਿੱਖ ਇਤਿਹਾਸ ਤੋਂ ਕੋਰੇ ਹਾਂ, ਸੱਖਣੇ ਹਾਂ। ਖੈਰ, ਇਹ ਇੱਕ ਵੱਖਰਾ ਵਿਸ਼ਾ ਹੈ। ਕਾਜ਼ੀ ਰੁਕਨਦੀਨ ਸ਼ਹੀਦ ਤਾਂ ਹੋ ਗਏ, ਪਰ ਆਪਣੀ ਉਮਤ ਦੇ, ਆਪਣੇ ਪੀਰਾਂ ਨੂੰ, ਆਪਣੇ ਮੁਰੀਦਾਂ ਨੂੰ ਇਹ ਗੱਲ ਕਹਿ ਗਏ ਕਿ ਅੱਜ ਤੋਂ ਬਾਅਦ ਕੇਸਾਂ ਦੀ ਬੇਅਦਬੀ ਨਾ ਕਰਿਓ। ਸੋ ਜਿਸ ਜਗ੍ਹਾ ਤੋਂ ਗਏ ਸੀ, ਜਿਹੜਾ ਸ਼ਹਿਰ ਸੈਯਦ ਜਲਾਲੂਦੀਨ ਹੋਣਾ ਨੇ ਵਸਾਇਆ ਸੀ, ਉਸ ਸ਼ਹਿਰ ਦਾ ਨਾਮ ਉਹਨਾਂ ਨੇ ਰੱਖਿਆ ਸੀ ਉੱਚ ਸ਼ਰੀਫ। ਸੋ ਅਜੇ ਤੱਕ ਵੀ ਜਿਹੜੇ ਉੱਚ ਸ਼ਰੀਫ ਦੇ ਪੀਰ ਆ, ਉਹ ਕੇਸਾਂ ਦੀ ਬੇਅਦਬੀ ਨਹੀਂ ਕਰਦੇ। ਸੋ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪੀਰ ਬਣਾ ਕੇ ਕੱਢਿਆ ਜਾਂਦਾ ਹੈ ਤੇ ਰਸਤੇ ਦੇ ਵਿੱਚ ਫੌਜਦਾਰ ਪੁੱਛਦੇ ਨੇ ਕਿ ਇਹ ਕਿਹੜਾ ਪੀਰ ਹੈ, ਇਹ ਕਿਹੜਾ ਮੁਸਲਮਾਨ ਰਹਿਬਰ ਹੈ ਜਿਸ ਦੀ ਤੁਸੀਂ ਪਾਲਕੀ ਚੁੱਕ ਕੇ ਜਾ ਰਹੇ ਹੋ, ਤਾਂ ਉਸ ਵੇਲੇ ਪੀਰ ਮੁਹੰਮਦ ਅਜਨੇਰ ਵਾਲੇ ਕਹਿੰਦੇ ਨੇ ਕਿ ਇਹ ਉੱਚ ਸ਼ਰੀਫ ਦੇ ਪੀਰ ਨੇ। ਉਹਦੇ ਪਿੱਛੇ ਇੱਕ ਕਾਰਨ ਹੈ। ਜੇ ਉਹ ਕਹਿੰਦੇ ਨੇ ਕਿ ਸਿਰਫ ਮੁਸਲਮਾਨ ਪੀਰ ਨੇ, ਤਾਂ ਉਸ ਵੇਲੇ ਫੌਜਦਾਰ ਦਾ ਪਹਿਲਾ ਸਵਾਲ ਹੋਣਾ ਸੀ ਕਿ ਜੇ ਇਹ ਮੁਸਲਮਾਨ ਪੀਰ ਨੇ, ਇਹਨਾਂ ਨੇ ਲੱਭ ਕਿਉਂ ਨਹੀਂ ਕਟਾਈ, ਮੁੱਛਾਂ ਕਿਉਂ ਨਹੀਂ ਕਟਾਈਆਂ? ਪਰ ਇਹ ਗੱਲ ਸਾਰੇ ਇਸਲਾਮ ਦੇ ਵਿੱਚ ਪਤਾ ਹੈ ਕਿ ਉੱਚ ਸ਼ਰੀਫ ਦੇ ਜਿਹੜੇ ਪੀਰ ਨੇ ਉਹ ਲੱਭ ਨਹੀਂ ਕਟਾਉਂਦੇ, ਉਹ ਪੂਰੇ ਕੇਸ ਰੱਖਦੇ ਨੇ, ਉਹ ਦਾੜੀ ਨਹੀਂ ਕਟਾਉਂਦੇ, ਉਹ ਸਿਰ ਦੇ ਕੇਸ ਵੀ ਨਹੀਂ ਕਟਾਉਂਦੇ। ਸੋ ਗੁਰੂ ਸਾਹਿਬ ਉੱਚ ਦੇ ਪੀਰ ਨਹੀਂ ਬਲਕਿ ਉੱਚ ਸ਼ਰੀਫ ਦੇ ਪੀਰ ਬਣ ਕੇ ਨਿਕਲੇ। ਸੋ ਗੁਰਦੇਵ ਪਾਤਸ਼ਾਹ ਇਸ ਇਲਾਕੇ 'ਚੋਂ ਬਾਹਰ ਹੁੰਦੇ ਜਾ ਰਹੇ ਨੇ। ਇੱਥੋਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਤੀਸਰਾ ਦਿਨ ਹੈ ਤੇ ਮਿਲਾਪ ਹੋਇਆ ਹੈ ਭਾਈ ਕਪੂਰੇ ਦੇ ਨਾਲ। ਕਪੂਰੇ ਦੇ ਨਾਲ ਗੁਰਦੇਵ ਪਾਤਸ਼ਾਹ ਦੀ ਵਾਰਤਾਲਾਪ ਹੋਈ ਤੇ ਨਾਲ ਹੀ ਗੁਰਦੇਵ ਪਾਤਸ਼ਾਹ ਨੇ ਕਪੂਰੇ ਨੂੰ ਕਿਹਾ ਕਿ ਖਬਰ ਮਿਲੀ ਹੈ ਕਿ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਛੋਟੇ ਫਰਜ਼ੰਦ ਔਰ ਮਾਤਾ ਜੀ ਸੂਬਾ ਸਰਹੰਦ ਦੀ ਕੈਦ ਦੇ ਵਿੱਚ ਨੇ। ਉਹਨਾਂ ਦੇ ਨਾਲ ਕੀ ਵਾਪਰਿਆ, ਉਹ ਸਾਰੀ ਖਬਰ ਨੂੰ ਗੁਰੂ ਕਲਗੀਧਰ ਪਾਤਸ਼ਾਹ ਤੱਕ ਪਹੁੰਚਾਉਣ ਦੇ ਵਾਸਤੇ ਤੇ ਲਿਆਉਣ ਦੇ ਵਾਸਤੇ ਇੱਕ ਵਿਅਕਤੀ ਨੂੰ ਭੇਜਿਆ ਜਿਸ ਦਾ ਨਾਮ ਨੂਰਾ ਸੀ। ਕਪੂਰੇ ਦਾ ਨੌਕਰ ਸੀ। ਗਿਆ, ਸਰਹੰਦ ਗਿਆ, ਜਾ ਕੇ ਸਾਰੀ ਖਬਰ ਲੈ ਕੇ ਆਇਆ। ਹੁਣ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਬੈਠੇ ਨੇ,
ਕੋਲ ਕਪੂਰਾ ਬੈਠਾ ਹੈ। ਨੂਰੇ ਮਾਹੀ ਨੇ ਆ ਕੇ ਖਬਰ ਸੁਣਾ ਦਿੱਤੀ, ਪਾਤਸ਼ਾਹ ਆਪ ਦੇ ਛੋਟੇ ਛੋਟੇ ਫਰਜ਼ੰਦਾਂ ਨੇ ਦੀਨ ਇਸਲਾਮ ਕਬੂਲ ਨਹੀਂ ਕੀਤਾ। ਬਹੁਤ ਤਸੀਹੇ ਦਿੱਤੇ ਗਏ। ਤਸੀਹਿਆਂ ਦੀ ਦਾਸਤਾਨ ਉਹ ਫਰਿਕਸਤ ਬੜੀ ਵੱਖਰੀ ਹੈ, ਸੁਣ ਕੇ ਮਨੁੱਖ ਦਾ ਹਿਰਦਾ ਕੰਬਦਾ ਹੈ। ਬੜੇ ਵੱਖਰੇ ਨੇ ਮੇਰੇ ਖਿਆਲ ਦੇ ਨਾਲ, ਤੇ ਉਹਨੇ ਸਾਨੂੰ ਦੱਸੇ ਹੀ ਨਹੀਂ ਜਾਂਦੇ ਜਿਸ ਤਰ੍ਹਾਂ ਦੇ ਨਾਲ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਛੋਟੇ ਫਰਜ਼ੰਦਾਂ ਨੂੰ ਜ਼ਿਬਾ ਕਰ ਕਰਕੇ ਜਿੰਨੇ ਤਸੀਹਿਆਂ ਦੇ ਨਾਲ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਸੋ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਹੱਥ ਦੇ ਵਿੱਚ ਤੀਰ ਹੈ। ਨੂਰਾ ਮਾਹੀ ਉਸ ਵੇਲੇ ਸੁਣਾਉਂਦਾ ਜਾ ਰਿਹਾ ਹੈ। ਉਹਨਾਂ ਦੇ ਕੋਲ ਰਾਏ ਕੱਲਾ ਵੀ ਬੈਠਾ ਹੈ, ਕਪੂਰਾ ਵੀ ਬੈਠਾ ਹੈ, ਹੋਰ ਵੀ ਕੁਝ ਗੁਰੂ ਸਾਹਿਬ ਦੇ ਸ਼ਰਧਾਲੂ ਬੈਠੇ ਨੇ। ਪਾਤਸ਼ਾਹ ਨੇ ਉਸੇ ਵੇਲੇ ਤੀਰ ਦੀ ਨੋਕ ਦੇ ਨਾਲ ਇੱਕ ਕਾਹੀ ਦੀ ਜੜ੍ਹ ਨੂੰ ਪੁੱਟਿਆ ਤੇ ਆਪਣੇ ਮੁਖਾਰ ਬਿੰਦ 'ਚ ਇੱਕ ਸ਼ਬਦ ਕਿਹਾ, ਨੂਰਿਆ ਅੱਜ ਤੋਂ ਮੁਗਲਾਂ ਦੀ ਜੜ੍ਹ ਪੁੱਟੀ ਗਈ। ਰਾਏ ਕੱਲਾ ਜਿਸ ਦੀ ਕਿ ਬੇਟੀ ਨਿਹੰਗ ਖਾਨ ਵੱਲ ਵਿਆਹੀ ਹੋਈ ਸੀ, ਉਸ ਪਰਿਵਾਰ ਦੇ ਵਿੱਚ, ਪਾਤਸ਼ਾਹ ਤੁਸੀਂ ਕਹਿ ਦਿੱਤਾ ਕਿ ਅੱਜ ਤੋਂ ਮੁਸਲਮਾਨਾਂ ਦੀ ਜੜ੍ਹ ਪੁੱਟੀ ਗਈ, ਅਸੀਂ ਵੀ ਤੇ ਉਸੇ ਧਰਮ ਦੇ ਹਾਂ। ਪਾਤਸ਼ਾਹ ਨੇ ਕਿਹਾ ਨਹੀਂ, ਤੁਹਾਡੀ ਨਹੀਂ, ਤੁਹਾਡੇ ਘਰ 'ਤੇ ਤਾਂ ਮੇਰੀ ਰਹਿਮਤ ਹੈ। ਪਾਤਸ਼ਾਹ ਨੇ ਰਹਿਮਤ ਦੇ ਵਿੱਚੋਂ ਆਪਣੀ ਇੱਕ ਸ਼ਮਸ਼ੀਰ ਯਾਦਗਾਰੀ ਚਿੰਨ੍ਹ ਦੇ ਵੱਲੋਂ ਦਿੱਤੀ ਤੇ ਉਹ ਪਰਿਵਾਰ ਗੁਰੂ ਕਲਗੀਧਰ ਪਾਤਸ਼ਾਹ ਦੀਆਂ ਰਹਿਮਤਾਂ ਲੈ ਕੇ ਆਪਣੇ ਘਰ ਨੂੰ ਵਿਦਾ ਹੋਇਆ। ਉਸ ਵੇਲੇ ਕਪੂਰੇ ਨੇ ਕਿਹਾ, ਪਾਤਸ਼ਾਹ ਇਹ ਇਲਾਕਾ ਸਾਰਾ ਸੂਬਾ ਸਰਹੰਦ ਦੇ ਅਧੀਨ ਆਉਂਦਾ ਹੈ, ਇੱਥੇ ਰਹਿਣਾ ਖਤਰੇ ਤੋਂ ਖਾਲੀ ਨਹੀਂ। ਆਪ ਜੀ ਕਿਸੇ ਤਰ੍ਹਾਂ ਦੇ ਨਾਲ ਮੇਰੀ ਭੈਣ ਕਪੂਰੀ ਦੇ ਕੋਲ ਚਲੀ ਜਾਓ, ਜਿਹੜੀ ਕਿ ਤਲਵੰਡੀ ਸਾਬੋ ਦੇ ਇਲਾਕੇ 'ਚ ਰਹਿੰਦੀ ਹੈ। ਉਹ ਇਲਾਕਾ ਜਿਹੜਾ ਹੈ ਉਹ ਸਰਹੰਦ ਦੇ ਨਾਜ਼ਮ ਦੀ ਹਕੂਮਤ ਤੋਂ ਬਾਹਰ ਹੈ, ਉੱਥੇ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਜਾਨੀ ਖਤਰਾ ਨਹੀਂ ਹੋਏਗਾ। ਪਰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ, ਹਾਂ ਕਪੂਰੇ ਜਾਣਾ ਤਾਂ ਹੈ, ਪਰ ਔਰੰਗਜ਼ੇਬ ਨੇ ਇੱਕ ਕੁਰਾਨ ਭੇਜੀ ਸੀ। ਮੈਂ ਉਸ ਕੁਰਾਨ ਦੇ ਵਿੱਚ ਜਿਹੜੀ ਉਸਨੇ ਕਸਮ ਖਾਧੀ ਸੀ, ਉਸ ਕਸਮ ਦੀ ਯਾਦ ਦਿਵਾਉਣਾ ਉਸਨੂੰ ਚਾਹੁੰਦਾ ਹੈ ਕਿ ਤੂੰ ਇਸਲਾਮ ਦੇ ਨਾਮ ਦੇ ਉੱਪਰ ਕਿੰਨਾ ਵੱਡਾ ਗੁਨਾਹਗਾਰ ਹੈ। ਸੋ ਕਲਗੀਧਰ ਪਾਤਸ਼ਾਹ ਪਿੰਡ ਦੀਨੇ ਗਏ। ਦੀਨੇ ਪਿੰਡ ਦੇ ਵਿੱਚ ਕਲਗੀਧਰ ਪਾਤਸ਼ਾਹ ਨੇ ਭਾਈ ਦੇਸਾ ਸਿੰਘ ਦੇ ਚੁਬਾਰੇ ਦੇ ਵਿੱਚ ਆਪਣਾ ਉਤਾਰਾ ਕੀਤਾ। ਉਸ ਚੁਬਾਰੇ ਦੇ ਵਿੱਚ ਬੈਠ ਕੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਔਰੰਗਜ਼ੇਬ ਦੇ ਵੱਲ ਇੱਕ ਚਿੱਠੀ ਲਿਖੀ ਹੈ, ਜ਼ਫਰਨਾਮਾ। ਕੁਝ ਇਤਿਹਾਸਕ ਸਰੋਤਾਂ 'ਚ ਜ਼ਿਕਰ ਮਿਲਦਾ ਹੈ ਕਿ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਔਰੰਗਜ਼ੇਬ ਵੱਲ 2 ਚਿੱਠੀਆਂ ਲਿਖੀਆਂ। ਪਹਿਲੀ ਚਿੱਠੀ ਦਾ ਨਾਮ ਫਤਿਹਨਾਮਾ ਹੈ, ਦੂਜੀ ਚਿੱਠੀ ਦਾ ਨਾਮ ਜ਼ਫਰਨਾਮਾ ਹੈ। ਪਹਿਲੀ ਚਿੱਠੀ ਦੇ ਸਾਨੂੰ 22 ਸ਼ੇਰ ਮਿਲਦੇ ਹਨ। ਉਹਨਾਂ ਸ਼ੇਰਾਂ ਤੋਂ ਇਹ ਪਤਾ ਲੱਗਦਾ ਹੈ ਕਿ ਇਹ ਜਿਹੜੀ ਚਿੱਠੀ ਹੈ ਜਦੋਂ ਲਿਖੀ ਗਈ ਉਦੋਂ ਤੱਕ ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਪਣੇ ਛੋਟੇ ਫਰਜ਼ੰਦਾਂ ਦੀ ਸ਼ਹਾਦਤ ਦੀ ਖਬਰ ਨਹੀਂ ਸੀ ਮਿਲੀ। ਸੋ ਇਸ ਚਿੱਠੀ 'ਚ ਜ਼ਿਕਰ ਆਉਂਦਾ ਹੈ ਕਿ ਕੀ ਹੋਇਆ ਜੇ ਇੱਕ ਸ਼ੇਰ ਨੇ ਚੀਹਾਂ ਸ਼ੁੱਧ ਸ਼ਿਕਾਲੋ ਬਾ ਮਕਰੇ ਜ਼ੀਆਂ ਹਮੇ ਕੁਛ ਦੋ ਬੱਚਗਾਂ ਸ਼ੇਰੇਰਾਂ। ਕੀ ਹੋਇਆ, ਇੱਕ ਸ਼ੇਰ ਦੇ 2 ਪੁੱਤ ਇੱਕ ਗਿੱਦੜ ਨੇ ਚਲਾਕੀ ਦੇ ਨਾਲ ਮਾਰ ਦਿੱਤੇ। ਸੋ ਇਸ ਚਿੱਠੀ ਦੇ ਵਿੱਚ 2 ਪੁੱਤਰਾਂ ਦੀ ਸ਼ਹਾਦਤ ਦਾ ਜ਼ਿਕਰ ਹੈ, ਜਿਸ ਤੋਂ ਬੜਾ ਸਪਸ਼ਟ ਹੋ ਜਾਂਦਾ ਹੈ ਕਿ ਇਸ ਚਿੱਠੀ ਦੇ ਲਿਖਣ ਤੱਕ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਅਜੇ ਸਰਹੰਦ ਤੋਂ ਖਬਰ ਨਹੀਂ ਸੀ ਪਹੁੰਚੀ। ਹੁਣ ਸਰਹੰਦ ਦੀ ਖਬਰ ਪਹੁੰਚ ਚੁੱਕੀ ਹੈ ਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਭਾਈ ਦੇਸਾ ਸਿੰਘ ਦੇ ਘਰ ਬੈਠ ਕੇ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਦੇ ਨੇ। ਜ਼ਫਰਨਾਮੇ ਦੇ ਹੁਣ ਤੱਕ ਸਾਨੂੰ 111 ਸ਼ੇਰ ਪ੍ਰਾਪਤ ਹੁੰਦੇ ਨੇ। ਪਹਿਲੇ ਜਿਹੜੇ 12 ਸ਼ੇਰ ਨੇ ਉਹ ਪਰਮਾਤਮਾ ਦੀ ਹਮਦ ਦੇ ਵਿੱਚ ਹੈ, ਜਿਸ ਵਿੱਚ ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਕਮਾਲੇ ਕਰਾਮਾਤ ਕਾਇਮ ਕਰੀਮ ਰਜ਼ਾ ਬਖਸ਼ ਰਾਜ਼ਕ ਰਿਹਾ ਕੁਨ ਰਹੀਮ। ਇਹ ਪਰਮਾਤਮਾ ਤੂੰ ਸਾਰੀਆਂ ਦਾਤਾਂ ਦੇਣ ਵਾਲਾ ਹੈ, ਤੂੰ ਸਾਰਿਆਂ 'ਤੇ ਕਿਰਪਾ ਕਰਨ ਵਾਲਾ ਹੈ, ਤੂੰ ਸਾਰਿਆਂ ਦੀ ਬੰਦ ਖਲਾਸੀ ਕਰ ਸਕਦਾ ਹੈ ਤੇ ਸਭ ਕੁਝ ਤੇਰੇ ਰਹਿਮ ਦੇ ਵਿੱਚ, ਤੇਰੇ ਕਰਮ ਦੇ ਵਿੱਚ ਹੈ। ਅਗਲੀ ਗੱਲ ਕਰਦੇ ਨੇ, ਨਾ ਸਾਜੋ ਨਾ ਬਾਜ਼ੋ ਨਾ ਫੌਜ਼ੋ ਨਾ ਫਰਸ਼ ਖੁਦਾਵੰਦ ਬਖਸ਼ ਇੰਦ ਇਹ ਐਸ਼ੋ ਅਰਸ਼। ਇਹ ਅਕਾਲ ਪੁਰਖ ਵਾਹਿਗੁਰੂ ਜਿਹਦੇ ਕੋਲ ਕੁਝ ਵੀ ਨਾ ਹੋਵੇ। ਰਾਜ ਦੀਆਂ 4 ਨਿਸ਼ਾਨੀਆਂ ਹੁੰਦੀਆਂ ਨੇ, ਸਾਜ਼, ਬਾਜ਼, ਫੌਜ ਤੇ ਫਰਸ਼। ਮਟੀਰੀਅਲਿਜ਼ਮ, ਨੀਤੀ, ਜ਼ਮੀਨ ਔਰ ਰੱਖਿਆ ਪ੍ਰਣਾਲੀ। ਪਾਤਸ਼ਾਹ ਕਹਿੰਦੇ ਜਿਸ ਦੇ ਕੋਲ ਕੁਛ ਵੀ ਨਾ ਹੋਵੇ, ਨਾ ਸਾਜ਼ੋ ਨਾ ਬਾਜ਼ੋ ਨਾ ਫੌਜ਼ੋ ਨਾ ਫਰਸ਼ ਖੁਦਾਵੰਦ ਬਖਸ਼ਿੰਦ ਇਹ ਐਸ਼ੋ ਅਰਸ਼। ਪਰ ਜੇ ਉਹ ਅਕਾਲ ਪੁਰਖ ਕਿਰਪਾ ਕਰ ਦਿੰਦਾ ਹੈ ਤੇ ਉਹਨੂੰ ਇਹਨਾਂ ਸਾਰੀਆਂ ਦਾਤਾਂ ਦੇ ਨਾਲ ਨਵਾਜ ਦਿੰਦਾ ਹੈ। ਸੋ ਇਹਨਾਂ ਸ਼ੇਰਾਂ ਦੀ ਹਮਦ ਤੋਂ ਬਾਅਦ, ਪਰਮਾਤਮਾ ਦੀ ਸਿਫਤ ਕਰਨ ਤੋਂ ਬਾਅਦ ਪਾਤਸ਼ਾਹ ਦਾਸਤਾਨ ਬਿਆਨ ਕਰਦੇ ਨੇ। ਕਹਿੰਦੇ ਨੇ, ਔਰੰਗਜ਼ੇਬ ਪਹਿਲੀ ਗੱਲ ਤੇ ਮੈਂ ਤੈਨੂੰ ਇਹ ਗੱਲ ਦੱਸਾਂ, ਤੁਰਾ ਗਰਬ ਬਾਇਦ ਬਾ ਕੌਲੇ ਕੁਰਾਂ ਬਨਿਸਦੇ ਸ਼ਮਾਰਾ ਰਸਾਨ ਮਹਮਾ। ਇੱਕ ਤੂੰ ਕੁਰਾਨ ਭੇਜੀ ਸੀ ਜਿਸ ਦੇ ਉੱਪਰ ਤੂੰ ਇਹ ਗੱਲ ਲਿਖੀ ਸੀ ਕਿ ਤਸ਼ਰੀਫ ਦਰ ਕਸਬਾ ਕਾਂਗੜ ਕਨਦ ਵਜ਼ਾਂ ਪਸ ਮੁਲਾਕਾਤ ਬਾਹਮ ਸ਼ਬਦ। ਉਸ ਕੁਰਾਨ ਦੇ ਉੱਪਰ ਲਿਖਿਆ ਸੀ ਕਿ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਸੀਂ ਅਨੰਦਪੁਰ ਨੂੰ ਛੱਡ ਕੇ ਦੀਨੇ ਕਾਂਗੜ ਦੇ ਇਲਾਕੇ 'ਚ ਆਓ, ਤੁਹਾਡੀ ਤੇ ਮੇਰੀ ਮੁਲਾਕਾਤ ਹੋਏਗੀ। ਮੈਂ ਤੇਰੀ ਉਹ ਝੂਠੀ ਕੁਰਾਨ ਦੀ ਕਸਮ ਅਜੇ ਤੱਕ ਸੰਭਾਲ ਕੇ ਰੱਖੀ ਹੈ। ਮੈਂ ਹੈਰਾਨ ਰਹਿ ਜਾਂਦਾ, ਕੈਸਾ ਹੈ ਗੁਰੂ। ਪੁੱਤਰ ਸ਼ਹੀਦ ਨਹੀਂ ਸੰਭਾਲੇ, ਸਿੱਖ ਸ਼ਹੀਦ ਨਹੀਂ ਸੰਭਾਲੇ, ਅਨੰਦਪੁਰ ਸਾਹਿਬ ਨਹੀਂ ਸੰਭਾਲਿਆ, ਪਰਿਵਾਰ ਨਹੀਂ ਸੰਭਾਲਿਆ, ਕੁਝ ਵੀ ਨਹੀਂ ਸੰਭਾਲਿਆ।
ਕਿਸੇ ਗੈਰ ਧਰਮ ਦਾ ਪਵਿੱਤਰ ਗ੍ਰੰਥ ਸੰਭਾਲ ਕੇ ਰੱਖਿਆ ਹੋਇਆ। ਔਰ ਆਪਣੇ ਜ਼ਫਰਨਾਮੇ 'ਚ ਬੜਾ ਸਪਸ਼ਟ ਕਹਿ ਰਹੇ ਨੇ, ਤੁਰਾ ਗਰਬ ਬਾਇਦ, ਜੇਕਰ ਤੂੰ ਵੇਖਣਾ ਚਾਹੁੰਨਾ ਬਾ ਕੌਲੇ ਕੁਰਾਨ, ਉਹ ਕੌਲ ਵਾਲੀ ਕੁਰਾਨ, ਉਹ ਕਸਮ ਵਾਲੀ ਕੁਰਾਨ, ਬ੍ਰਿਜ਼ਦੇ ਸ਼ਮਾਰਾ ਮੇਰੇ ਕੋਲ ਹੈ, ਰਸਾਨਮ ਹਮਾ ਸੰਭਾਲ ਕੇ ਰੱਖੀ, ਆ ਕੇ ਵੇਖ ਸਕਦਾ ਹੈ। ਜਿਸ ਤੇ ਤੂੰ ਲਿਖਿਆ ਸੀ ਕਿ ਤਸ਼ਰੀਫ ਦਰ ਕਸਬੈ ਕਾਂਗੜ ਕੁਨਦ ਵਜ਼ਾਂ ਪਸ ਮੁਲਾਕਾਤ ਬਾਹਮ ਸ਼ਬਦ। ਅਗਲੀ ਗੱਲ ਕਲਗੀਧਰ ਪਾਤਸ਼ਾਹ ਕਹਿੰਦੇ, ਮੈਂ ਲੜਨਾ ਨਹੀਂ ਸੀ ਚਾਹੁੰਦਾ, ਬਾ ਲਾਚਾਰਗੀ ਦਰਮਿਆ ਆਮਦਮ, ਬਾ ਤਦਬੀਰ ਤੀਰੋ ਤਫੰਗ ਆਮਦਮ। ਕਹਿੰਦੇ ਮੈਂ ਕੀ ਕਰਦਾ, ਸਾਰੇ ਹੀਲੇ ਵਸੀਲੇ ਸਾਰੀਆਂ ਹੀ ਇਸ ਮਨੁੱਖਤਾ ਨੂੰ ਬਚਾਉਣ ਦੀਆਂ ਜਿੰਨੀਆਂ ਧਿਰਾਂ ਸੀ ਉਹ ਖਤਮ ਹੋ ਚੁੱਕੀਆਂ ਸੀ, ਸਾਰੇ ਉਪਾਅ ਖਤਮ ਹੋ ਚੁੱਕੇ ਸੀਗੇ। ਤੇ ਜਦੋਂ ਸਾਰੇ ਉਪਾਅ ਖਤਮ ਹੋ ਜਾਣ ਫਿਰ ਚੂੰਕਾਰ ਅਜਹਮਾ ਹੀਲ ਤੇ ਦਰਗੁਜਸ਼ਤ ਹਲਾਲ ਅਸਤ ਬੁਰਦਨ ਬਸ਼ਮਸ਼ੀਰ ਦਸਤ, ਫਿਰ ਮੈਨੂੰ ਮੈਦਾਨੇ ਜੰਗ ਦੇ ਵਿੱਚ ਤਲਵਾਰ ਚੁੱਕਣੀ ਪਈ। ਪਰ ਔਰੰਗਜ਼ੇਬ, ਮੈਂ ਤੈਨੂੰ ਇੱਕ ਗੱਲ ਦੱਸਾਂ, ਪਹਾੜੀ ਰਾਜਿਆਂ ਦੇ ਨਾਲ ਮੇਰਾ ਕੀ ਵੈਰ ਸੀ? ਇਹ ਵਿਚਾਰਧਾਰਾ ਦੀ ਜੰਗ ਸੀ। ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਮਨਮ ਕੁਸ਼ਤਨਮ ਕੋਹਿਆ ਪੁਰਫਿਤਨ ਕਿ ਊਂ ਬੁੱਤ ਪ੍ਰਸਤਨ ਮਨਨ ਬੁੱਤ ਸ਼ਿਕਨ। ਔਰੰਗਜ਼ੇਬ ਪਹਾੜੀ ਰਾਜਿਆਂ ਦੇ ਨਾਲ ਜੰਗ ਦਾ ਕਾਰਨ ਇਹ ਸੀ ਕਿ ਉਹ ਬੁੱਤ ਪ੍ਰਸਤੀ ਤੇ ਕਰਮ ਕਾਂਡਾਂ ਦੇ ਵਿੱਚ ਪਿੱਛੇ 'ਚ ਪੈ ਕੇ ਲੋਕਾਂ ਨੂੰ ਜ਼ੁਲਮ ਕਰਦੇ ਸੀ। ਮੈਂ ਬੁੱਤ ਪ੍ਰਸਤ ਨਹੀਂ ਹਾਂ, ਮਨਮ ਬੁੱਤ ਸ਼ਿਕਨ। ਮੈਂ ਲੋਕਾਂ ਦੀ ਮਾਨਸਿਕਤਾ ਦੇ ਵਿੱਚ ਜਿਹੜੇ ਵਹਿਮਾਂ ਤੇ ਕਰਮ ਕਾਂਡਾਂ ਦੇ ਬੁੱਤ ਨੇ, ਮੈਂ ਉਹਨਾਂ ਨੂੰ ਬੁੱਤਾਂ ਨੂੰ ਤੋੜਨ ਵਾਲਾ, ਉਹ ਲੋਕਾਂ ਨੂੰ ਕਰਮ ਕਾਂਡਾਂ ਦੇ ਬੁੱਤਾਂ ਦੇ ਵਿੱਚ ਉਲਝਾਉਣ ਵਾਲੇ ਸੀ। ਮਨਮ ਕੁਸ਼ਤਨਮ ਕੋਹਿਆ ਪੁਰਫਿਤਨ ਕਿ ਊਂ ਬੁੱਤ ਪ੍ਰਸਤਨ ਮਨਨ ਬੁੱਤ ਸ਼ਿਕਨ। ਅਗਲੀ ਗੱਲ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਕਿ ਬੇਸ਼ੱਕ ਤੂੰ ਮੇਰੇ ਚੋਟੇ 4 ਪੁੱਤਰ ਸ਼ਹੀਦ ਕਰ ਦਿੱਤੇ। ਮੈਂ ਪਹਿਲਾਂ ਫਤਿਹਨਾਮਾ ਦੀ ਗੱਲ ਕੀਤੀ ਸੀ, ਜਿਸ ਵਿੱਚ 2 ਪੁੱਤਰਾਂ ਦੀ ਸ਼ਹਾਦਤ ਦੀ ਗੱਲ ਆਈ ਹੈ। ਹੁਣ ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਚੀਹਾਂ ਸ਼ੁੱਧ ਕੇ ਬੱਚਗਾ ਕੁਸ਼ਤਾਂ 4 ਕਿ ਬਾਕੀ ਬਿਮਾਦਸਤ ਪੇਚੀ ਦਾ ਮਾਰ। ਕੀ ਹੋਇਆ ਜੇਕਰ ਤੂੰ ਧੋਖੇ ਦੇ ਨਾਲ ਮੇਰੇ 4 ਛੋਟੇ ਛੋਟੇ ਬੱਚੇ ਖੋਹ ਕੇ ਸ਼ਹੀਦ ਕਰ ਦਿੱਤੇ, ਪਰ ਤੇਰੇ ਤੋਂ ਬਦਲਾ ਲੈਣ ਦੇ ਵਾਸਤੇ ਕੁੰਡਲੀ ਵਾਲਾ ਸੱਪ, ਅਗਲਾ ਸ਼ਬਦ ਵਰਤੇ ਨੇ ਪਾਤਸ਼ਾਹ ਕਿ ਅਗਰ ਖਾਮੋਸ਼ਾਂ ਕੁਨੀ। ਕੀ ਹੋਇਆ, ਤੂੰ ਅੱਗ ਦੀਆਂ ਛੋਟੀਆਂ ਛੋਟੀਆਂ ਚੰਗਿਆੜੀਆਂ ਖਾਮੋਸ਼ ਕਰ ਦਿੱਤੀਆਂ, ਪਰ ਅੱਗ ਦਾ ਭਾਂਬੜ ਜਿਹੜਾ ਉਹ ਤੇ ਅਜੇ ਮੱਚਣ ਨੂੰ ਤਿਆਰ ਬੈਠਾ ਹੈ ਖਾਲਸਾ। ਅਗਲੀ ਗੱਲ ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਔਰੰਗਜ਼ੇਬ ਤੂੰ ਬੇਸ਼ੱਕ ਹਿੰਦੁਸਤਾਨ ਦਾ ਬਾਦਸ਼ਾਹ ਹੈ ਕਿ ਹੁਸਨਲ ਜਮਾਲ ਅਸਤ ਰੋਸ਼ਨ ਜ਼ਮੀਰ ਖੁਦਾਵੰਦ ਮੁਲਕ ਅਸਤ ਸਾਹਿਬ ਅਮੀਰ ਖੁਸ਼ਿਸ਼ ਸ਼ਾਹ ਸ਼ਾਹ ਔਰੰਗਜ਼ੇਬ ਚਲਾਕ ਹਸਤ ਅਸਤ ਚਾਬਕ ਕਰਕੇਬ। ਬੇਸ਼ੱਕ ਤੈਨੂੰ ਸਭ ਕੁਝ ਆਉਂਦਾ ਹੈ, ਘੋੜ ਸਵਾਰ ਹੈ, ਨੇਜੇ ਬਾਜ ਹੈ, ਤਲਵਾਰ ਬਾਜ ਹੈ, ਸੋਹਣਾ ਹੈ, ਪਰ ਦਰਅਸਲ ਤੇਰੇ 'ਚ ਘਾਟ ਇਹ ਹੈ ਕਿ ਮੇਰਾ ਸੰਸਾਰ ਦੇ ਵਿੱਚ ਧਰਮ ਕਰਕੇ ਕਿਸੇ ਦੇ ਨਾਲ ਕੋਈ ਲੜਾਈ ਜਾਂ ਵਿਰੋਧ ਨਹੀਂ ਹੈ। ਇਹ ਜੰਗ ਵਿਚਾਰਧਾਰਾ ਦੀ ਹੈ। ਤੂੰ ਅਸ ਸ਼ਰਾ ਤਹਿਤਮ ਸੈਫ, ਤੂੰ ਲੋਕਾਂ ਨੂੰ ਡਰਾ ਕੇ ਧਮਕਾ ਕੇ ਜ਼ੁਲਮ ਕਰਕੇ ਉਹਨਾਂ ਨੂੰ ਲਾਲਚ ਦੇ ਨਾਲ ਉਹਨਾਂ ਨੂੰ ਆਪਣੇ ਧਰਮ 'ਚ ਲਿਆਉਣਾ ਚਾਹੁੰਦਾ, ਪਰ ਮੈਂ ਲੋਕਾਂ ਦੇ ਧਰਮ ਦੀ ਰੱਖਿਆ ਕਰਨਾ ਚਾਹੁੰਦਾ। ਸੋ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਿਆ, ਔਰ ਉਹ ਜ਼ਫਰਨਾਮਾ ਲਿਖਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭਾਈ ਦਇਆ ਸਿੰਘ ਹੁਣਾਂ ਨੂੰ ਉਹ ਜ਼ਫਰਨਾਮਾ ਦੇ ਕੇ ਔਰੰਗਾਬਾਦ ਵੱਲ ਨੂੰ ਤੋਰ ਦਿੱਤਾ। ਉਧਰ ਨੂੰ ਚਲੇ ਗਏ। ਇੱਧਰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਤਲਵੰਡੀ ਸਾਬੋ ਵੱਲ ਨੂੰ ਤੁਰ ਪਏ ਨੇ। ਖਦਰਾਣੇ ਦੀ ਢਾਬ ਦੇ ਉੱਪਰ ਜਿਹੜੀ ਜੰਗ ਹੋਈ, ਜਿਸ ਨੂੰ ਮੁਕਤਸਰ ਦੀ ਜੰਗ ਕਿਹਾ ਜਾਂਦਾ ਹੈ, ਇਤਿਹਾਸ ਤੋਂ ਅਸੀਂ ਸਾਰੇ ਬੜੀ ਚੰਗੀ ਤਰ੍ਹਾਂ ਜਾਣਦੇ ਹਾਂ। ਦੁਨੀਆ ਦਾ ਉਹ ਮਰਦੇ ਕਾਮਲ ਮਰਦ ਅਗਮੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਤਲਵੰਡੀ ਸਾਬੋ ਜਾ ਬੈਠੇ। ਉੱਥੇ ਜਾ ਕੇ ਫਿਰ ਸਿੰਘ ਇਕੱਠੇ ਹੋਏ ਨੇ। ਬਾਬਾ ਦੀਪ ਸਿੰਘ ਹੁਣੀ ਇਹ ਮਾਝੇ ਦੇ ਸਿੰਘਾਂ ਨੂੰ ਨਾਲ ਲੈ ਕੇ ਆਏ ਨੇ। ਕੁਝ ਹੋਰ ਵੀ ਜਥੇ ਜਿਉਂ-ਜਿਉਂ ਸਿੰਘਾਂ ਨੂੰ ਪਤਾ ਲੱਗਾ ਸਾਰੇ ਉੱਥੇ ਪਹੁੰਚੇ। ਕੁਝ ਘਟਨਾਵਾਂ ਸਾਰੀਆਂ ਸਾਂਝੀਆਂ ਨਹੀਂ ਕੀਤੀਆਂ ਜਾ ਸਕਦੀਆਂ। ਇੱਕ ਘਟਨਾ ਇਸ ਸਾਰੇ ਵਿਸਥਾਰ ਦੇ ਵਿੱਚ, ਕਿਉਂਕਿ ਸਮੁੱਚੇ ਪ੍ਰਕਰਣ ਦਾ ਜਿਹੜਾ ਸੰਬੰਧ ਹੈ ਉਹ ਗੁਰੂ ਕਲਗੀਧਰ ਪਾਤਸ਼ਾਹ ਦੇ ਛੋਟੇ ਔਰ ਵੱਡੇ ਫਰਜ਼ੰਦਾਂ ਦੀ ਸ਼ਹਾਦਤ ਦੇ ਨਾਲ ਹੈ। ਸੋ ਇੱਕ ਆਖਰੀ ਪ੍ਰਕਰਣ ਨੂੰ ਸਾਂਝਾ ਕਰਨਾ ਬਹੁਤ ਜ਼ਰੂਰੀ ਹੈ, ਔਰ ਮੈਂ ਸੋਚਦਾ ਕਿ ਉਹ ਇਹਨਾਂ ਸਾਰੇ ਪ੍ਰਕਰਣਾਂ ਦੀ ਨਿਚੋੜ ਦਾ ਸਿਖਰ ਹੈ। ਉਹ ਸਿਖਰ ਇਸ ਤਰ੍ਹਾਂ ਹੈ ਕਿ ਕਲਗੀਧਰ ਪਾਤਸ਼ਾਹ ਦਰਬਾਰ ਲਾ ਕੇ ਬੈਠੇ ਨੇ ਤਲਵੰਡੀ ਸਾਬੋ। ਗੁਰਮਾਤਾਵਾਂ ਭਾਈ ਮਨੀ ਸਿੰਘ ਦੇ ਨਾਲ ਦਿੱਲੀ ਤੋਂ ਪਹੁੰਚੀਆਂ, ਹੈਰਾਨ ਨੇ, ਨਾ ਅਜੀਤ ਸਿੰਘ ਦਰਬਾਰ ਦੇ ਵਿੱਚ ਹੈ, ਨਾ ਜ਼ੋਰਾਵਰ ਸਿੰਘ, ਨਾ ਫਤਿਹ ਸਿੰਘ, ਨਾ ਜੁਝਾਰ ਸਿੰਘ, ਕੋਈ ਫਰਜ਼ੰਦ ਨਜ਼ਰ ਨਹੀਂ ਆ ਰਿਹਾ। ਤੇ ਪਾਤਸ਼ਾਹ ਨੂੰ ਸਵਾਲ ਕੀਤਾ ਜਾਂਦਾ ਹੈ ਕਿ ਕਿੱਥੇ ਨੇ ਸਾਹਿਬਜ਼ਾਦੇ, ਨਜ਼ਰ ਨਹੀਂ ਆਉਂਦੇ। ਤੇ ਮੇਰੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਤਜੇ ਸੁਪੰਥ ਕੁਮਾਰਕ ਚਾਲੇ ਸੋ ਸੋਚਣ ਕੇ ਹੇਤ ਵਿਸਾਲੇ। ਉਹਨਾਂ ਦੇ ਬਾਰੇ ਨਾ ਸੋਚੋ ਤੇ ਨਾ ਉਹਨਾਂ ਦੇ ਬਾਰੇ ਪੁੱਛੋ, ਉਹ ਬੜੇ ਚੰਗੇ ਮਾਰਗ ਦੇ ਉੱਪਰ ਤੁਰ ਗਏ ਨੇ। ਕਿੱਥੇ ਹੌਸਲਾ ਹੁੰਦਾ ਹੈ ਮਾਵਾਂ ਦੇ ਕੋਲੋਂ। ਫਿਰ ਸਵਾਲ ਕੀਤਾ, ਪਾਤਸ਼ਾਹ ਕਿੱਥੇ ਨੇ, ਦੱਸੋ ਤਾਂ ਸਹੀ। ਮੇਰੇ ਗੁਰਦੇਵ ਪਾਤਸ਼ਾਹ ਨੇ ਉਸ ਵੇਲੇ ਜਿਹੜੇ ਸ਼ਬਦ ਕਹੇ ਨੇ, ਸਾਡੇ ਪੰਜਾਬੀ ਦੇ ਸਰੋਤਾਂ ਦੇ ਵਿੱਚ ਗਿਆਨੀ ਗਿਆਨ ਸਿੰਘ ਉਸ ਨੂੰ ਸਾਂਝਾ ਕਰਦੇ ਨੇ। ਸ਼ਬਦ ਕਹਿਣ ਨੂੰ ਬੜੇ ਸੌਖੇ ਨੇ, ਪਰ ਅੰਤਰੀਵ ਭਾਵ ਸਮਝ ਆ ਜਾਵੇ ਤੇ ਬੜੇ ਔਖੇ ਨੇ। ਸਾਡੇ ਪਰਿਵਾਰਾਂ ਦੇ ਵਿੱਚ ਜਦੋਂ ਕਿਸੇ ਬੱਚੀ ਦਾ ਤੇ ਬੱਚੇ ਦਾ ਵਿਆਹ ਹੁੰਦਾ ਹੈ, ਉਸ ਵੇਲੇ ਗੁਰੂ ਦੀ ਹਜ਼ੂਰੀ ਦੇ ਉੱਪਰ ਉਹਨਾਂ ਦੇ ਸਿਰ ਦੇ ਉੱਪਰੋਂ ਪੈਸੇ ਵਾਰੇ ਜਾਂਦੇ ਨੇ। ਬੇਸ਼ੱਕ ਵਾਰ ਨਾ ਕਰਨਾ ਸਾਡੀ ਸਿੱਖ ਧਰਮ ਦੀ ਪ੍ਰਥਾ ਨਹੀਂ, ਇਸਲਾਮ ਦੇ ਵਿੱਚੋਂ ਆਇਆ ਹੈ।
ਬੁਲਾ ਲੈਣੀ, ਵਾਰ ਨਾ ਕਰਨਾ। ਔਰ ਇਹਦਾ ਭਾਵ ਇਹ ਹੁੰਦਾ ਹੈ ਕਿ ਜਿਸ ਚੀਜ਼ ਦਾ ਵਾਰ ਨਾ ਕੀਤਾ ਜਾਂਦਾ ਹੈ ਉਹਦੀ ਅਹਿਮੀਅਤ ਘੱਟ ਹੁੰਦੀ ਹੈ, ਜਿਸ ਦੇ ਉੱਪਰੋਂ ਵਾਰ ਨਾ ਕੀਤਾ ਜਾਂਦਾ ਉਹਨੂੰ ਬਹੁਤ ਅਹਿਮ ਸਮਝਿਆ ਜਾਂਦਾ ਹੈ। ਸੋ ਜਦੋਂ ਅਸੀਂ ਵਿਆਹ ਵਾਲੀ ਜੋੜੀ ਦੇ ਉੱਪਰੋਂ ਪੈਸੇ ਵਾਰਦੇ ਹਾਂ, ਉਹਦਾ ਭਾਵ ਹੁੰਦਾ ਕਿ ਇਸ ਸੁਭਾਗੀ ਜੋੜੀ ਦੇ ਸਾਹਮਣੇ ਸਾਡੀ ਪੈਸੇ ਦੀ ਕੋਈ ਅਹਿਮੀਅਤ ਨਹੀਂ, ਅਸੀਂ ਵਾਰ ਕੇ ਸੁੱਟ ਦਿੰਦੇ ਹਾਂ ਜਾਂ ਕਿਸੇ ਗਰੀਬ ਨੂੰ ਦਾਨ ਦੇ ਦਿੰਦੇ ਹਾਂ। ਹੁਣ ਮਾਤਾ ਜੀ ਦਾ ਉਸ ਵੇਲੇ ਗੁਰਮਾਤਾਵਾਂ ਦਾ ਸਵਾਲ ਹੈ ਕਿੱਥੇ ਗਏ ਨੇ, ਤੇ ਬੈਠੇ ਖਾਲਸੇ ਵੱਲ ਤੱਕ ਕੇ ਮੇਰੇ ਗੁਰਦੇਵ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੋਏ ਤੋਂ ਕਿਆ ਪਿਆ ਜੀਵਤ ਕਈ ਹਜ਼ਾਰ। ਨਾ ਪੁੱਛੋ ਮੈਨੂੰ ਉਹਨਾਂ ਦੇ ਬਾਰੇ, ਆ ਜਿਹੜਾ ਬੈਠਾ ਹੋਇਆ ਖਾਲਸਾ ਹੈ, ਮੈਂ ਇਹਨਾਂ ਦੇ ਸਿਰ ਦੇ ਉੱਪਰੋਂ ਆਪਣੇ ਪੁੱਤਾਂ ਦਾ ਵਾਰ ਨਾ ਕਰ ਦਿੱਤਾ। ਮੈਨੂੰ ਇਹ ਪਿਆਰੇ ਲੱਗਦੇ ਨੇ, ਮੈਂ ਆਪਣੇ ਪੁੱਤ ਇਹਨਾਂ ਦੇ ਸਿਰ ਦੇ ਉੱਪਰੋਂ ਵਾਰ ਕੇ ਕੁਰਬਾਨ ਕਰ ਦਿੱਤੇ ਨੇ। ਸੋ ਇਹ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੀ, ਜਿਨ੍ਹਾਂ ਦੇ ਬਾਰੇ ਹਕੀਮ ਮਿਰਜ਼ਾ ਅਲਾਯਾਰ ਖਾਂ ਜੋਗੀ ਨੂੰ ਇਹ ਗੱਲ ਕਹਿ ਦਿੱਤੀ ਕਿ ਕਟਵਾ ਕੇ ਪਿਸਰ ਚਾਰ, ਏਕ ਆਸੂ ਨਾ ਗਿਰਾਇਆ, ਰੁਤਬਾ ਗੁਰੂ ਗੋਬਿੰਦ ਨੇ ਰਿਸ਼ੀਓਂ ਕਾ ਬੜਾਇਆ। ਇਹ ਦੁਨੀਆ ਦੇ ਲੋਕੋ, ਜੇ ਕਿਤੇ ਗੁਰੂ ਗੋਬਿੰਦ ਸਿੰਘ ਇਤਿਹਾਸ 'ਚ ਨਾ ਹੁੰਦਾ ਤਾਂ ਸ਼ਾਇਦ ਇੱਕ ਵੀ ਐਸੀ ਮਿਸਾਲ ਨਹੀਂ ਸੀ ਕਿ ਕੋਈ ਰਹਿਬਰ ਆਪਣੀ ਕੌਮ ਦੀ ਝੋਲੀ 'ਚ ਆਪਣੇ ਪੁੱਤਰਾਂ ਦੇ ਸਿਰ ਪਾ ਸਕਦਾ ਹੈ ਤੇ ਆਪਣੀ ਬੈਠੀ ਹੋਈ ਉਮਤ ਦੇ ਸਿਰਾਂ ਦੇ ਉੱਪਰੋਂ ਆਪਣੇ ਪੁੱਤਰਾਂ ਦੇ ਸਿਰਾਂ ਦਾ ਵਾਰ ਨਾ ਕਰ ਸਕਦਾ ਹੈ। ਇਸੇ ਕਰਕੇ ਗੰਜਨਾਮੇ ਦੇ ਵਿੱਚ ਭਾਈ ਨੰਦ ਲਾਲ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਸਿਫਤਾਂ ਲਿਖਦੇ ਨੇ ਨਾ, ਤੇ ਅਖੀਰ ਤੇ ਜਾ ਕੇ ਇਹ ਗੱਲ ਕਹਿਣੀ ਪੈਂਦੀ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਤੇਰੀਆਂ ਸਿਫਤਾਂ ਨਹੀਂ ਲਿਖੀਆਂ ਜਾ ਸਕਦੀਆਂ। ਉਹ ਕਹਿੰਦੇ ਨੇ, ਲਾਲ ਸਗ ਗੁਲਾਮ ਗੁਰੂ ਗੋਬਿੰਦ ਸਿੰਘ, ਦਾਗਦਾਰੇ ਨਾਮ ਗੁਰੂ ਗੋਬਿੰਦ ਸਿੰਘ। ਨੰਦ ਲਾਲ ਤੇ ਹੁਣ ਗੁਰੂ ਗੋਬਿੰਦ ਸਿੰਘ ਦੇ ਦਰ ਦਾ ਕੁੱਤਾ ਹੈ, ਸਿਰਫ ਭੌਂਕ ਸਕਦਾ ਹੈ, ਤੇਰੀਆਂ ਸਿਫਤਾਂ ਨਹੀਂ ਲਿਖ ਸਕਦੀਆਂ। ਪਰ ਅੱਜ ਜੇ ਕੋਈ ਮੈਨੂੰ ਮੇਰੀ ਆਖਰੀ ਇੱਛਾ ਪੁੱਛੇ ਤਾਂ ਮੇਰੀ ਇੱਕ ਹੀ ਆਖਰੀ ਇੱਛਾ ਹੈ ਕਿ ਜਾਨ ਬਾਦਿਸ਼ ਫਿਦਾਏ ਗੁਰੂ ਗੋਬਿੰਦ ਸਿੰਘ, ਫਰਕ ਉਪਰ ਪਾਏ ਗੁਰੂ ਗੋਬਿੰਦ ਸਿੰਘ। ਹੈ ਗੁਰੂ ਗੋਬਿੰਦ ਸਿੰਘ, ਤੇਰੀਆਂ ਸਿਫਤਾਂ, ਤੇਰੀ ਕੁਰਬਾਨੀ, ਤੇਰਾ ਰੁਖਸਾਰ, ਤੇਰਾ ਜਲਾਲੀ ਰੂਪ, ਤੇਰੀ ਦ੍ਰਿੜਤਾ, ਤੇਰੇ ਜਿਹੜੇ ਗੁਣ ਨੇ ਉਹਨਾਂ ਨੂੰ ਸ਼ਬਦਾਂ 'ਚ ਨਹੀਂ ਬਿਆਨ ਕੀਤਾ ਜਾ ਸਕਦਾ। ਮੈਂ ਤਾਂ ਸਿਰਫ ਇੰਨਾ ਕਹਿ ਸਕਦਾ ਕਿ ਮੈਂ ਤੇਰੇ ਕਦਮਾਂ ਦੇ ਉੱਪਰ ਆਪਣਾ ਸਿਰ ਰੱਖਾਂ ਤੇ ਮੇਰੇ ਪ੍ਰਾਣ ਨਿਕਲ ਜਾਣ। ਨੰਦ ਲਾਲ ਇਹ ਗੱਲ ਬੜੀ ਸਪਸ਼ਟ ਕਹਿ ਦਿੰਦੇ ਨੇ, ਜਾਨ ਬਾਦਿਸ਼ ਫਿਦਾਏ ਗੁਰੂ ਗੋਬਿੰਦ ਸਿੰਘ, ਫਰਕ ਉਬਰ ਪਾਏ ਗੁਰੂ ਗੋਬਿੰਦ ਸਿੰਘ। ਇਸ ਸ਼ਹੀਦੀ ਸਾਕੇ ਦੀ ਇੱਕ ਇੱਕ ਘਟਨਾ ਨੂੰ ਹਿਰਦਿਆਂ 'ਚ ਵਸਾਉਣ ਦੀ ਲੋੜ ਹੈ ਅੱਜ, ਤਾਂ ਜੋ ਸ਼ਾਨਾਮਤੇ ਇਤਿਹਾਸ ਦੇ ਨਿਰਮਾਤਾਵਾਂ ਦੇ ਸਬਰ, ਸੰਤੋਖ, ਜਨੂਨ ਤੇ ਚੜ੍ਹਦੀ ਕਲਾ ਦੇ ਜਜ਼ਬੇ ਨੂੰ ਅਸੀਂ ਠੰਡਾ ਨਾ ਪੈਣ ਦਈਏ। ਪ੍ਰਾਈਮ ਏਸ਼ੀਆ TV ਵੱਲੋਂ ਆਪ ਸਭ ਸੰਗਤਾਂ ਦੇ ਆਸ਼ੀਰਵਾਦ ਸਦਕਾ ਇਹ ਇਤਿਹਾਸ ਦੇ ਪੰਨੇ ਆਪ ਦੇ ਸਨਮੁਖ ਰੱਖੇ ਗਏ।